ਗੁਰੂ ਨਾਨਕ ਦੇਵ ਜੀ 2 ਮਹੀਨੇ ਇਸ ਤਰ੍ਹਾਂ ਚੁੱਪਚਾਪ ਘਰ ਵਿੱਚ ਲੰਮੇ ਪਏ ਰਹੇ। 2 ਮਹੀਨੇ ਉਪਰੰਤ ਉੱਠ ਕੇ ਥੋੜਾ ਥੋੜਾ ਤੁਰਨ ਫਿਰਨ ਲੱਗੇ ਅਤੇ ਕੁਝ ਖਾਣ ਪੀਣ ਵੀ ਕਰਨ ਲੱਗ ਪਏ ਸਨ। ਮਾਤਾ ਜੀ ਆਪ ਨੂੰ ਇਸ ਤਰ੍ਹਾਂ ਵੇਖ ਕੇ ਬੜੇ ਪ੍ਰਸੰਨ ਹੁੰਦੇ ਕਿ ਹੁਣ ਰੋਗ ਦੂਰ ਹੋ ਗਿਆ ਹੈ। ਮਾਤਾ ਜੀ ਨੇ ਇਸ ਖੁਸ਼ੀ ਵਿੱਚ ਸਾਰੇ ਬ੍ਰਾਹਮਣਾਂ ਨੂੰ ਦਾਨ ਦਿੱਤਾ ਅਤੇ ਨਵੇਂ ਕੱਪੜੇ ਸੋਹਣੇ ਸੋਹਣੇ ਸਿਲਾ ਕੇ ਗੁਰੂ ਜੀ ਨੂੰ ਪਹਿਨਾਏ। ਗੁਰੂ ਜੀ ਆਪਣੇ ਸੰਬੰਧੀਆਂ ਵਿੱਚ ਮਿਲ ਕੇ ਬੈਠਣ ਲੱਗੇ ਅਤੇ ਲੋਕਾਂ ਨਾਲ ਸਧਾਰਨ ਬੋਲਚਾਲ ਕਰਕੇ ਲੋੜ ਅਨੁਸਾਰ ਸ਼ਹਿਰ ਵਿੱਚ ਫਿਰਨ ਤੁਰਨ ਲੱਗ ਪਏ। ਇਸ ਤਰ੍ਹਾਂ ਆਪ ਜੀ ਘਰ ਦਾ ਕੋਈ ਕੰਮ ਨਹੀਂ ਸਨ ਕਰਦੇ, ਫਿਰਨ ਤੁਰਨ ਵਿੱਚ ਸਮਾਂ ਬਤੀਤ ਕਰ ਦਿੰਦੇ ਸਨ। ਜਦ ਕੁਝ ਸਮਾਂ ਇਉਂ ਬੀਤ ਗਿਆ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਆਪਣੇ ਪਾਸ ਬਿਠਾ ਕੇ ਆਖਿਆ ਕਿ ਬੇਟਾ ਨਾਨਕ, ਤੂੰ ਸਾਡੇ ਘਰ ਇੱਕੋ ਇੱਕ ਪੁੱਤਰ ਹੈ, ਤੇਰਾ ਭਾਈ ਦੂਜਾ ਹੋਰ ਕੋਈ ਨਹੀਂ ਹੈ ਜਿਹੜਾ ਘਰ ਦਾ ਕੰਮ ਸੰਭਾਲੇ। ਤੂੰ ਰਾਤ ਦਿਨ ਵਿਹਲਾ ਫਿਰ ਕੇ ਸਮਾਂ ਬਤੀਤ ਕਰ ਦਿੰਦਾ ਹੈ। ਇਸ ਤਰ੍ਹਾਂ ਘਰ ਦਾ ਨਿਰਵਾਹ ਕਿਸ ਤਰ੍ਹਾਂ ਚੱਲੇਗਾ? ਮੇਰੇ ਜਿਉਂਦੇ ਜੀ ਤੂੰ ਕੰਮ ਸੰਭਾਲ ਲੈਂਦਾ ਤਾਂ ਮੈਂ ਜਾਣਦਾ ਕਿ ਮੇਰਾ ਪੁੱਤਰ ਲਾਇਕ ਹੈ, ਮੈਂ ਸੁਖੀ ਹੋ ਜਾਂਦਾ। ਗੁਰੂ ਜੀ ਚੁੱਪ ਕਰਕੇ ਅਡੋਲ ਬੈਠੇ ਪਿਤਾ ਕਾਲੂ ਜੀ ਦੇ ਬਚਨ ਸੁਣਦੇ ਰਹੇ ਅਤੇ ਜਦ ਕਾਲੂ ਜੀ ਇਸ ਤਰ੍ਹਾਂ ਬੋਲ ਕੇ ਚੁੱਪ ਕਰ ਗਏ ਤਾਂ ਗੁਰੂ ਜੀ ਨੇ ਬੜੇ ਸ਼ਾਂਤ ਸੁਭਾਅ ਨਾਲ ਸਹਿਜੇ ਕਿਹਾ, ਪਿਤਾ ਜੀ ਪਿਛਲੀ ਖਤਾ ਮੈਨੂੰ ਬਖਸ਼ ਦਿਓ। ਮੈਂ ਹੁਣ ਅੱਗੇ ਤੋਂ ਕੋਈ ਕੰਮ ਨਹੀਂ ਵਿਗਾੜਾਂਗਾ। ਜਿਸ ਤਰ੍ਹਾਂ ਤੁਹਾਡੀ ਇੱਛਾ ਹੋਵੇਗੀ ਮੈਂ ਉਸ ਤਰ੍ਹਾਂ ਹੀ ਬੜੇ ਪ੍ਰੇਮ ਨਾਲ ਦਿਲ ਲਗਾ ਕੇ ਕੰਮ ਕਰਾਂਗਾ। ਜੋ ਮੇਰੇ ਕਰਨ ਦੇ ਲਾਇਕ ਹੋਵੇ ਉਹ ਹੁਕਮ ਕਰੋ, ਮੈਂ ਕਰਾਂਗਾ। ਗੁਰੂ ਨਾਨਕ ਜੀ ਦੇ ਇਸ ਤਰ੍ਹਾਂ ਦੇ ਮਿੱਠੇ ਬਚਨ ਸੁਣ ਕੇ ਕਾਲੂ ਜੀ ਬੜੇ ਪ੍ਰਸੰਨ ਹੋਏ। ਆਪਣੇ ਪੁੱਤਰ ਨੂੰ ਆਪਣੇ ਅਨੁਕੂਲ ਹੋਇਆ ਸਮਝ ਕੇ ਕਾਲੂ ਜੀ ਨੇ ਧਨ ਕਮਾਉਣ ਵਾਸਤੇ ਇਉਂ ਬਚਨ ਕੀਤਾ, ਪੁੱਤਰ ਜੀ ਸੁਣੋ, ਪਹਿਲਾਂ ਮੈਂ ਤੈਨੂੰ ਖੇਤੀ ਕਰਨ ਦੀ ਕਾਰ ਤੇ ਲਾਇਆ, ਉਹ ਤੂੰ ਪਸ਼ੂਆਂ ਨੂੰ ਚਰਾ ਕੇ ਉਜਾੜ ਦਿੱਤੀ। ਮੇਰੇ ਮਨ ਵਿੱਚ ਇਹ ਸਲਾਹ ਸੀ ਕਿ ਤੈਨੂੰ ਇੱਕ ਵੱਖਰਾ ਪਿੰਡ ਵਸਾ ਦਿਆਂਗਾ, ਪਰ ਉਹ ਤਾਂ ਮੇਰੇ ਮਨ ਦੀ ਮਨ ਵਿੱਚ ਹੀ ਰਹੀ, ਤੂੰ ਸਿਰੇ ਨਾ ਚੜਾਈ। ਹੁਣ ਮੈਂ ਤੈਨੂੰ 20 ਰੁਪਏ ਦਿੰਦਾ ਹਾਂ, ਇਹਨਾਂ ਨਾਲ ਦੂਸਰੇ ਸ਼ਹਿਰ ਤੋਂ ਕੋਈ ਲਾਹੇਵੰਦਾ ਸੌਦਾ ਖਰੀਦ ਕੇ ਲਿਆਓ ਜਿਸ ਤੋਂ ਬਹੁਤ ਲਾਭ ਹੋਵੇ। ਇਸ ਵਾਰ ਜੇ ਚੰਗਾ ਲਾਹੇਵੰਦਾ ਸੌਦਾ ਲੈ ਆਓਗੇ ਤਾਂ ਦੂਜੀ ਵਾਰ ਖੁਸ਼ੀ ਨਾਲ ਬਹੁਤ ਰੁਪਏ ਦਿਆਂਗੇ। ਕਾਲੂ ਜੀ ਨੇ ਕਿਹਾ, ਇੱਕ ਹੋਰ ਗੱਲ ਮੈਂ ਤੈਨੂੰ ਦੱਸਾਂ, ਇਹ ਜੋ ਕਮਾਈ ਤੂੰ ਕਰੇਗਾ ਇਸ ਨੂੰ ਆਪਣਾ ਪਾਸ ਹੀ ਰੱਖੀ ਅਤੇ ਇਸ ਦੇ ਨਾਲ ਹੋਰ ਬਹੁਤ ਵਪਾਰ ਕਰਕੇ ਧਨ ਕਮਾਈ। ਬਹੁਤਾ ਧਨ ਇਕੱਠਾ ਕਰ ਲਵੋਗੇ ਤਾਂ ਤੁਹਾਨੂੰ ਇਸਤਰੀ ਪੁਰਸ਼ ਸਾਰੇ ਹੀ ਚੰਗਾ ਪੁੱਤਰ ਕਹਿਣਗੇ। ਹੁਣ ਭਾਈ ਬਾਲੇ ਨੂੰ ਆਪਣੇ ਨਾਲ ਲੈ ਕੇ ਬੜੇ ਉਤਸ਼ਾਹ ਨਾਲ ਜਾਓ ਤੇ ਸੌਦਾ ਕਰੋ। ਭਾਈ ਬਾਲੇ ਨੇ ਕਿਹਾ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਗੁਰੂ ਅੰਗਦ ਜੀ, ਮਹਿਤਾ ਕਾਲੂ ਜੀ ਨੇ ਮੈਨੂੰ ਘਰੋਂ ਸੱਦ ਕੇ ਕਿਹਾ, ਸੁਣ ਭਾਈ ਬਾਲਾ, ਤੂੰ ਸਿਆਣਾ ਹੈ, ਨਾਨਕ ਜੀ ਦੇ ਨਾਲ ਜਾਓ ਤੇ ਜਿਹੜਾ ਲਾਹੇਵੰਦ ਸੌਦਾ ਹੋਵੇ ਉਹ ਕਰਕੇ ਆਓ। ਉਪਰੰਤ ਕਾਲੂ ਜੀ ਨੇ ਮੈਨੂੰ 20 ਰੁਪਏ ਦਿੱਤੇ। ਬੜੀ ਪੱਕੀ ਕੀਤੀ ਕਿ ਇਹ ਸੰਭਾਲ ਕੇ ਰੱਖਣੇ, ਜਦ ਕੋਈ ਸੌਦਾ ਖਰੀਦਣ ਦੀ ਲੋੜ ਪਵੇ ਉਸ ਵੇਲੇ ਹੀ ਨਾਨਕ ਜੀ ਨੂੰ ਦੇਣੇ। ਫਿਰ ਗੁਰੂ ਅੰਗਦ ਜੀ, ਮੈਂ ਤੇ ਗੁਰੂ ਨਾਨਕ ਜੀ ਤਿਆਰ ਹੋ ਕੇ ਘਰ ਤੋਂ ਤੁਰ ਪਏ। ਮੈਂ ਆਪਣੇ ਨਾਲ ਇੱਕ ਰੇਸ਼ਮ ਦੀ ਤੁਲਾਈ ਲੈ ਲਈ। ਕਾਲੂ ਜੀ ਸਾਨੂੰ ਸਿੱਖ ਮੱਤ ਦਿੰਦੇ ਹੋਏ ਪਿੰਡ ਤੋਂ ਬਾਹਰ ਦੂਰ ਤੱਕ ਸਾਡੇ ਨਾਲ ਆ ਗਏ। ਜਦ ਉਹ ਪਿੱਛੇ ਨੂੰ ਮੁੜ ਗਏ ਤਾਂ ਅਸੀਂ ਬਾਲਾ ਤੇ ਗੁਰੂ ਨਾਨਕ ਜੀ ਹੌਲੀ ਹੌਲੀ ਅੱਗੇ ਤੁਰਦੇ ਹੋਏ ਕਈ ਪਿੰਡਾਂ ਵਿੱਚੋਂ ਲੰਘ ਕੇ ਇੱਕ ਜੰਗਲ ਵਿੱਚ ਪਹੁੰਚ ਗਏ। ਉੱਥੇ ਗੁਰੂ ਨਾਨਕ ਜੀ ਨੇ ਜੰਗਲ ਵਿੱਚ ਇੱਕ ਆਸ਼ਰਮ ਵੇਖਿਆ ਜਿੱਥੇ ਕੁਝ ਤਪੀ ਪੁਰਸ਼ ਤਪੱਸਿਆ ਕਰ ਰਹੇ ਸਨ। ਕੋਈ ਉੱਚੀਆਂ ਬਾਹਾਂ ਕਰਕੇ ਖੜੇ ਸਨ, ਕੋਈ ਬਿਰਖਾਂ ਨਾਲ ਉਲਟਾ ਲਟਕ ਰਹੇ ਸਨ, ਕੋਈ ਇੱਕ ਪੈਰ ਉੱਤੇ ਹੀ ਖੜੇ ਸਨ, ਕੋਈ ਸਿੱਧ ਆਸਣ ਲਾ ਕੇ ਹੀ ਬੈਠਾ ਹੋਇਆ ਸੀ, ਕੋਈ ਨਿਰਾਹਾਰ ਰਹਿ ਕੇ ਕੇਵਲ ਪਾਣੀ ਪੀ ਕੇ ਹੀ ਗੁਜ਼ਾਰਾ ਕਰਦਾ ਸੀ, ਕੋਈ ਸਰੀਰ ਉੱਤੇ ਸੁਆਹ ਲਾਈ ਬੈਠਾ ਸੀ ਜਿਸ ਦੀਆਂ ਸਿਰ ਉੱਤੇ ਬੜੀਆਂ ਲੰਮੀਆਂ ਤੇ ਭੂਸਲੀਆਂ ਜਿਹੀਆਂ ਜੜਾਵਾਂ ਸਨ। ਕਿਸੇ ਨੇ ਭੋਜ ਪੱਤਰ ਨਾਲ ਹੀ ਆਪਣੇ ਨਗਨ ਅੰਗਾਂ ਨੂੰ ਢੱਕਿਆ ਹੋਇਆ ਸੀ। ਕੋਈ ਅਲਫ ਨੰਗਾ ਹੀ ਬੈਠਾ ਸੀ, ਕੋਈ ਅੱਗ ਦੀਆਂ ਧੂਣੀਆਂ ਲਾ ਕੇ ਬੈਠਾ ਹੋਇਆ ਸੀ, ਕੋਈ ਗਰਦਨ ਤੱਕ ਪਾਣੀ ਵਿੱਚ ਬੈਠਾ ਅਥਵਾ ਖੜਾ ਸੀ, ਕੋਈ ਇਕਾਂਤ ਬੈਠ ਕੇ ਪਰਮੇਸ਼ਰ ਦਾ ਭਜਨ ਕਰ ਰਿਹਾ ਸੀ, ਕੋਈ ਰਾਤ ਦਿਨ ਖੜਾ ਹੀ ਬਤੀਤ ਕਰਦਾ ਸੀ, ਕੋਈ ਮੌਨ ਧਾਰੀ ਬੈਠਾ ਸੀ, ਕੋਈ ਆਪਣੀਆਂ ਚਿੱਤ ਬਿਰਤੀਆਂ ਨੂੰ ਰੋਕ ਕੇ ਬੈਠਾ ਹੋਇਆ ਸੀ, ਕੋਈ ਮਿਲ ਕਰਕੇ ਹਰੀ ਨਾਮ ਦਾ ਸੁੰਦਰ ਕਥਾ ਪੜ੍ਹ ਸੁਣ ਰਿਹਾ ਸੀ। ਇਹਨਾਂ ਸਾਰਿਆਂ ਦਾ ਇੱਕ ਮਹੰਤ ਸੀ ਜਿਸ ਦਾ ਸਰੀਰ ਮਾਨੋ ਤਪੱਸਿਆ ਦੀ ਮੂਰਤੀ ਹੀ ਸੀ। ਸ਼੍ਰੀ ਮਹੰਤ ਨੇ ਬਿਰਖ ਦੀ ਛਿੱਲ ਲੱਕ ਨੂੰ ਕੁਪੀਨ ਕਰਕੇ ਬੱਤੀ ਹੋਈ ਸੀ। ਹੇਠਾਂ ਮਿਰਗਸ਼ਾਲਾ ਦਾ ਆਸਣ ਸੀ, ਸਿਰ ਉੱਤੇ ਜਟਾਵਾਂ ਦਾ ਬੜਾ ਜੂੜਾ ਸੀ, ਪਰਮੇਸ਼ਰ ਦੇ ਧਿਆਨ ਵਿੱਚ ਬੈਠਾ ਹੋਇਆ ਸੀ ਅਤੇ ਗੁਰੂ ਜੀ ਉਸ ਨੂੰ ਵੇਖ ਕੇ ਖੜੇ ਹੋ ਗਏ।
इस तरह के मिठे बचनां नाल कहा, भाई बाला ਇੱਥੇ ਅਸੀਂ ਇੱਕ ਖਰਾ ਸੌਦਾ ਲੱਭਾ ਹੈ। ਇਸ ਸੌਦੇ ਨੂੰ ਛੱਡਣ ਵਾਸਤੇ ਸਾਡਾ ਮਨ ਨਹੀਂ ਕਰਦਾ, ਕਿਉਂਕਿ ਬੁੱਧੀਵਾਨ ਨੂੰ ਜੇਕਰ ਰਸਤੇ ਵਿੱਚ ਹੀਰਾ ਮਿਲ ਜਾਵੇ ਤਾਂ ਉਹ ਕੱਚ ਖਰੀਦਣ ਵਾਸਤੇ ਅੱਗੇ ਨਹੀਂ ਜਾਂਦਾ। ਜੇ ਸ਼ਹਿਦ ਲੱਭਦਿਆਂ ਅੰਮ੍ਰਿਤ ਹੱਥ ਆ ਜਾਵੇ ਤਾਂ ਸਮਝੋ ਕਿ ਉਸ ਦੇ ਚੰਗੇ ਭਾਗ ਹਨ। ਫਿਰ ਪਿਤਾ ਜੀ ਦੀ ਵੀ ਇਹੀ ਆਗਿਆ ਹੈ ਕਿ ਕੋਈ ਚੰਗਾ ਸੌਦਾ ਕਰਨਾ। ਸੋ ਇਸ ਤੋਂ ਵੱਧ ਕੇ ਹੋਰ ਕੋਈ ਚੰਗਾ ਵਣਜ ਨਹੀਂ ਹੈ। ਇਸ ਕਰਕੇ ਇਹ 20 ਰੁਪਏ ਇਹਨਾਂ ਮਹੰਤਾਂ ਜੀ ਦੀ ਭੇਟਾ ਕਰ ਦਿਓ। ਇਹਨਾਂ ਰੁਪਈਆਂ ਨਾਲ ਇਹ ਕੱਪੜੇ ਅਤੇ ਭੋਜਨ ਖਰੀਦ ਕੇ ਸੁੱਖ ਪਾਉਣਗੇ। ਇਤਨੀ ਵਾਰਤਾ ਸੁਣਾ ਕੇ ਭਾਈ ਬਾਲਾ ਜੀ ਨੇ ਕਿਹਾ, ਗੁਰੂ ਅੰਗਦ ਜੀ, ਗੁਰੂ ਨਾਨਕ ਜੀ ਦਾ ਇਹ ਵਿਚਾਰ ਸੁਣ ਕੇ ਮੈਂ ਕਾਲੂ ਜੀ ਤੋਂ ਡਰ ਕੇ ਆਖਿਆ, ਮਹਾਰਾਜ ਜੀ, ਪਿਤਾ ਜੀ ਨੇ ਸਾਨੂੰ ਵਪਾਰ ਲਈ 20 ਰੁਪਏ ਦੇ ਕੇ ਭੇਜਿਆ ਹੈ। ਉਹਨਾਂ ਦਾ ਸੁਭਾਅ ਬੜਾ ਕਠੋਰ ਹੈ, ਆਪ ਹੀ ਸਮਝ ਲਵੋ। ਫਿਰ ਜੇ ਉਹਨਾਂ ਕੁਝ ਆਖਿਆ ਤਾਂ ਮੈਨੂੰ ਨਾ ਦੋਸ਼ ਦੇਣਾ। ਤੁਸੀਂ ਪਿਓ ਪੁੱਤਰਾਂ ਨੇ ਆਪ ਹੀ ਫੈਸਲਾ ਕਰ ਲੈਣਾ, ਮੇਰੇ ਨਾਲ ਕੋਈ ਝਗੜਾ ਨਾ ਕਰਨਾ। ਮੈਂ ਦਾਸ ਹਾਂ, ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਕਰੋ। ਇਹ ਗੱਲ ਆਖ ਕੇ ਮੈਂ ਸਾਰੇ ਰੁਪਏ ਗੁਰੂ ਜੀ ਦੇ ਹੱਥ ਤੇ ਰੱਖ ਦਿੱਤੇ ਅਤੇ ਗੁਰੂ ਜੀ ਰੁਪਏ ਲੈ ਕੇ ਮਹੰਤ ਪਾਸ ਚਲੇ ਗਏ। ਮਹੰਤ ਨੂੰ ਨਮਸਕਾਰ ਕਰਕੇ ਬੈਠ ਕੇ ਉਸ ਨੂੰ ਪੁੱਛਣ ਲੱਗੇ ਕਿ ਮਹੰਤ ਜੀ, ਇਸ ਸਰਦੀ ਦੀ ਰੁੱਤ ਵਿੱਚ ਤੁਸੀਂ ਕੱਪੜੇ ਪਾਉਂਦੇ ਹੀ ਨਹੀਂ ਕਿ ਤੁਹਾਨੂੰ ਮਿਲਦੇ ਨਹੀਂ? ਅੰਨ ਖਾਂਦੇ ਨਹੀਂ ਹੋ ਕਿ ਤੁਹਾਨੂੰ ਅੰਨ ਖਾਣ ਨੂੰ ਮਿਲਦਾ ਹੀ ਨਹੀਂ? ਇਸ ਦੇ ਉੱਤਰ ਵਿੱਚ ਮਹੰਤ ਜੀ ਨੇ ਆਖਿਆ, ਜਿਸ ਨੇ ਸਾਧੂ ਦਾ ਭੇਸ ਧਾਰਨ ਕੀਤਾ ਹੈ ਉਸ ਨੂੰ ਸੰਜਮ ਨਾਲ ਹੀ ਕੱਪੜਾ ਤੇ ਅੰਨ ਵਰਤਣਾ ਚਾਹੀਦਾ ਹੈ। ਜੇ ਅਸੀਂ ਘਰ ਘਰ ਮੰਗਣ ਜਾਈਏ ਤਾਂ ਸੰਤੋਖ ਨਹੀਂ ਰਹਿੰਦਾ। ਸਾਧੂ ਨੂੰ ਸੰਤੋਖ ਧਾਰਨਾ ਹੀ ਸ਼ੋਭਾ ਦਿੰਦਾ ਹੈ। ਸਤਿਗੁਰੂ ਜੀ ਨੇ ਮਹੰਤਾਂ ਦੀਆਂ ਗੱਲਾਂ ਤੇ ਬੜੇ ਪ੍ਰਸੰਨ ਹੋ ਕੇ ਪੁੱਛਿਆ, ਮਹੰਤ ਜੀ, ਤੁਹਾਡਾ ਸ਼ੁਭ ਨਾਮ ਕੀ ਹੈ? ਆਪ ਧੰਨ ਹੋ ਜਿਨ੍ਹਾਂ ਨੇ ਆਪਣੇ ਨੇਮ ਧਰਮ ਨੂੰ ਦ੍ਰਿੜ ਰੱਖਿਆ ਹੈ। ਆਪ ਜੀ ਨੂੰ ਗ੍ਰਸਤ ਆਦਿ ਤੋਂ ਤਿਆਗ ਕੇ ਨਿਰਵਰਤੀ ਨੂੰ ਦ੍ਰਿੜ ਕੀਤਾ ਹੋਇਆ ਹੈ। ਸੰਤ ਜੀ ਬੋਲੇ, ਹੇ ਬੁੱਧੀਵਾਨ, ਸਾਡਾ ਨਾਮ ਸੰਤ ਰੇਨ ਹੈ। ਸਾਡੇ ਗੁਰੂ ਨੇ ਮੈਨੂੰ ਦੀਨਤਾ ਤੇ ਗਰੀਬੀ ਦਾ ਸਿਰੋਪਾਓ ਬਖਸ਼ਿਆ ਹੋਇਆ ਹੈ। ਮਹੰਤ ਦੇ ਬਚਨ ਸੁਣ ਕੇ ਗੁਰੂ ਜੀ ਮੈਨੂੰ ਜਾਣ ਕੇ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਾ, ਇਹ ਸੌਦਾ ਛੱਡਿਆ ਨਹੀਂ ਜਾਂਦਾ। ਗੁਰੂ ਜੀ ਨੇ 20 ਰੁਪਏ ਮਹੰਤ ਦੇ ਅੱਗੇ ਰੱਖ ਦਿੱਤੇ ਅਤੇ ਕਿਹਾ, ਮਹਾਰਾਜ ਜੀ, ਭੋਜਨ ਮੰਗਵਾ ਕੇ ਛਕ ਲਵੋ। ਮਹੰਤ ਨੇ ਕਿਹਾ, ਤੁਹਾਡੀ ਅਜੇ ਉਮਰ ਛੋਟੀ ਹੈ, ਤੈਨੂੰ ਪਿਤਾ ਨੇ ਵਿਹਾਰ ਕਰਨ ਵਾਸਤੇ ਭੇਜਿਆ ਹੈ। ਜੇਕਰ ਖਾਲੀ ਹੱਥ ਘਰ ਜਾਓਗੇ ਤਾਂ ਉਹ ਗੁੱਸੇ ਹੋਣਗੇ। ਸਤਿਗੁਰੂ ਜੀ ਨੇ ਕਿਹਾ, ਮਹੰਤ ਜੀ, ਸਾਨੂੰ ਪਿਤਾ ਦਾ ਹੁਕਮ ਹੈ ਆਪਣੀ ਸਮਝ ਅਨੁਸਾਰ ਸੋਚ ਕੇ ਇਹਨਾਂ ਰੁਪਇਆਂ ਦਾ ਲਾਹੇਵੰਦ ਸੌਦਾ ਕਰਨਾ। ਸੋ ਮੈਂ ਇਸ ਨਾਲੋਂ ਹੋਰ ਕੋਈ ਸੌਦਾ ਲਾਭਵੰਦ ਨਹੀਂ ਸਮਝਦਾ। ਤੁਸੀਂ ਇਹਨਾਂ ਨੂੰ ਅੰਗੀਕਾਰ ਕਰ ਲਵੋ। ਮਹੰਤ ਨੇ ਕਿਹਾ, ਜੇਕਰ ਤੁਹਾਡੀ ਮਰਜ਼ੀ ਹੈ ਤਾਂ ਨਗਰ ਵਿੱਚ ਜਾ ਕੇ ਸਾਨੂੰ ਇਹਨਾਂ ਦੀ ਰਸਦ ਲਿਆ ਦਿਓ। ਮਹੰਤ ਦਾ ਇਹ ਬਚਨ ਸੁਣ ਕੇ ਗੁਰੂ ਜੀ ਨਗਰ ਵਿੱਚ ਚਲੇ ਗਏ। ਉੱਥੋਂ ਆਟਾ, ਚਾਵਲ, ਘਿਓ, ਖੰਡ ਅਤੇ ਦੁੱਧ ਖਰੀਦ ਕੇ ਸਭ ਕੁਝ ਮਹੰਤਾਂ ਦੇ ਅੱਗੇ ਲਿਆ ਕੇ ਰੱਖ ਦਿੱਤਾ ਅਤੇ ਆਪ ਨਮਸਕਾਰ ਕਰਕੇ ਤਲਵੰਡੀ ਨੂੰ ਮੁੜ